ਕੈਨੇਡਾ ਤੋਂ ਇੱਕ ਨਿਊਜ਼ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਨੂੰ ਜਿਹੜਾ ਇੱਕ ਫੇਕ ਵੈਕਸੀਨ ਸਰਟੀਫਿਕੇਟ ਨਾਲ ਗ੍ਰਿਫਤਾਰ ਕੀਤਾ ਗਿਆ। ਇਹ ਵਿਅਕਤੀ ਜਿਹੜਾ ਸੀਗਾ ਯਾਤਰੀ ਆਪਣੇ ਕੈਨੇਡਾ ਦੀ ਧਰਤੀ 'ਤੇ ਪਹੁੰਚਿਆ ਸੀ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ, ਬਟ ਉਹਦੇ ਕੋਲ ਜਿਹੜਾ ਵੈਕਸੀਨ ਦਾ ਸਰਟੀਫਿਕੇਟ ਸੀ ਉਹ ਫੇਕ ਪਾਇਆ ਗਿਆ। ਸੋ ਜਿਹੜਾ ਹੈਗਾ ਵੈਕਸੀਨ ਲਗਵਾਉਣ ਦੀ ਖਾਤਰ ਜਿਹੜਾ ਹੈਗਾ ਕਈ ਲੋਕ ਡਰਦੇ ਨੇ ਵੈਕਸੀਨ ਲਗਵਾਉਣ ਤੋਂ, ਉਹ ਫੇਕ ਸਰਟੀਫਿਕੇਟ ਲੈ ਕੇ ਟਰੈਵਲ ਕਰ ਰਹੇ ਨੇ। ਮੇਰੀ ਸਾਰੇ ਯਾਤਰੀ ਜਿਹੜੇ ਸਟੂਡੈਂਟ ਵੀ ਜਾਣਾ ਚਾਹੁੰਦੇ ਜਾਂ ਕਿ ਹੋਰ ਕੈਟਾਗਰੀ ਦੇ ਕੈਨੇਡਾ ਜਾਣਾ ਚਾਹੁੰਦੇ ਆ, ਸੋ ਮੇਰੀ ਰਿਕੁਐਸਟ ਹੈਗੀ ਹੈ ਤੁਸੀਂ ਫੇਕ ਡਾਕੂਮੈਂਟਸ ਕੋਈ ਵੀ ਨਾਲ ਲੈ ਕੇ ਨਾ ਜਾਓ, ਕਿਉਂਕਿ ਤੁਹਾਡਾ ਇੱਕ ਫੇਕ ਡਾਕੂਮੈਂਟਸ ਲੱਖਾਂ ਹੀ ਸਟੂਡੈਂਟ ਦੇ ਫਿਊਚਰ ਨੂੰ ਦਾਅ 'ਤੇ ਲਾ ਸਕਦਾ। ਸੋ ਤੁਸੀਂ ਜਿਹੜੇ ਵੈਕਸੀਨ ਹੈਗੀ ਆਪ ਖੁਦ ਵੈਕਸੀਨ ਲਗਵਾ ਕੇ ਆਪਣਾ ਸਰਟੀਫਿਕੇਟ ਹੈਗਾ ਵੈਰੀਫਾਈ ਕਰੋ। ਇਹ ਸਰਟੀਫਿਕੇਟ ਹੈਗਾ ਪਾਸਪੋਰਟ ਦੇ ਨਾਲ ਵੈਰੀਫਾਈ ਅਟੈਚ ਹੋਣਾ ਜ਼ਰੂਰੀ ਆ। ਜੇ ਤੁਹਾਡਾ ਸਰਟੀਫਿਕੇਟ ਪਾਸਪੋਰਟ ਨਾਲ ਅਟੈਚ ਨਹੀਂ ਕੀਤਾ ਗਿਆ ਤਾਂ ਉਸ ਨੂੰ ਤੁਹਾਨੂੰ ਟਰੈਵਲ ਨਹੀਂ ਕਰ ਦਿੱਤਾ ਜਾਵੇਗਾ। ਸੋ ਦੋਸਤੋ ਇੱਕ ਬਹੁਤ ਹੀ ਹੈਗਾ ਆਪਾਂ ਬੈਡ ਨਿਊਜ਼ ਕਹਿ ਸਕਦੇ ਹਾਂ, ਕਿਉਂਕਿ ਇਸ ਦੇ ਇਹੋ ਜਿਹੇ ਇੱਕ ਅੱਧੇ ਬੰਦੇ ਦੇ ਨਾਲ ਹੈਗਾ ਸਾਰੇ ਬੱਚਿਆਂ ਦਾ ਫਿਊਚਰ ਖਰਾਬ ਹੋਣ 'ਤੇ ਲੱਗ ਜਾਂਦਾ। ਸੋ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਆਪਣੇ ਵੈਕਸੀਨ ਜ਼ਰੂਰ ਲਗਵਾ ਕੇ ਚੱਲੋ, ਵੈਕਸੀਨ ਲਗਵਾ ਕੇ ਹੀ ਟਰੈਵਲ ਕਰੋ ਅਤੇ ਕਿਸੇ ਵੀ ਤਰ੍ਹਾਂ ਦਾ ਫੇਕ ਡਾਕੂਮੈਂਟਸ ਆਪਣੀ ਫਾਈਲ ਦੇ ਨਾਲ ਅਟੈਚ ਕਰਕੇ ਨਾਲ ਲੈ ਕੇ ਚੱਲੋ, ਤਾਂ ਕਿ ਤੁਹਾਨੂੰ ਅੱਗੇ ਫਿਊਚਰ 'ਚ ਕੋਈ ਵੀ ਨੁਕਸਾਨ ਦਾ ਸਾਹਮਣਾ ਕਰਨਾ ਪਵੇ। ਸੋ ਮੇਰੀ ਇਹੀ ਰਿਕੁਐਸਟ ਹੈਗੀ ਹੈ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਨੇ ਵੈਕਸੀਨ ਹਜੇ ਤੱਕ ਨਹੀਂ ਲਗਵਾਈ, ਜਲਦ ਤੋਂ ਜਲਦ ਆਪਣੀ ਵੈਕਸੀਨ ਲਗਵਾਓ। ਵੈਕਸੀਨ ਲਗਵਾਉਣ ਤੋਂ ਬਾਅਦ ਆਪਣਾ ਸਰਟੀਫਿਕੇਟ ਨਾਲ ਕੈਰੀ ਕਰੋ। ਸਰਟੀਫਿਕੇਟ ਜਿਹੜਾ ਹੈਗਾ ਪਾਸਪੋਰਟ ਨਾਲ ਅਟੈਚ ਹੋਣਾ ਜ਼ਰੂਰੀ ਆ। ਆਧਾਰ ਕਾਰਡ 'ਤੇ ਜਿਹੜੇ ਸਟੂਡੈਂਟਸ ਨੇ ਆਪਣੀ ਵੈਕਸੀਨ ਲਗਵਾਈ ਹੋਈ ਆ ਤਾਂ ਉਹਨਾਂ ਨੂੰ ਵੀ ਆਪਣਾ ਜਿਹੜਾ ਪਾਸਪੋਰਟ ਹੈਗਾ ਵੈਕਸੀਨ ਸਰਟੀਫਿਕੇਟ ਨਾਲ ਅਟੈਚ ਕਰਨਾ ਪਊਗਾ। ਇਹ ਬਹੁਤ ਹੀ ਮੰਦਭਾਗੀ ਖਬਰ ਕਹਿ ਸਕਦੇ ਆਪਾਂ, ਕਿਉਂਕਿ ਹੁਣ ਪਿਛਲੇ ਕਾਫੀ ਲੰਬੇ ਸਮੇਂ ਤੋਂ ਟਰੈਵਲ ਆਫ ਸੀਗਾ, ਸਟੂਡੈਂਟ ਜਾਣ ਦੀ ਵੇਟ ਕਰ ਰਹੇ ਸੀਗੇ, ਬਟ ਹੁਣ ਟਰੈਵਲ ਓਪਨ ਹੋਇਆ ਤਾਂ ਇਹੋ ਜਿਹੀਆਂ ਖਬਰਾਂ ਆਪਣੇ ਸਾਹਮਣੇ ਆ ਰਹੀਆਂ ਨੇ। ਸੋ ਇਹ ਬਹੁਤ ਹੀ ਹੈਗਾ ਆਪਾਂ ਨੂੰ ਬੈਡ ਨਿਊਜ਼ ਕਹਿ ਸਕਦੇ ਹਾਂ, ਕਿਉਂਕਿ ਲੱਖਾਂ ਸਟੂਡੈਂਟ ਹੈਗਾ ਫੀਸਾਂ ਭਰ ਕੇ ਆਪਣੇ ਬੈਠੇ ਨੇ, ਕਲਾਸਿਸ ਔਨਲਾਈਨ ਜੁਆਇਨ ਕਰ ਰਹੇ ਨੇ। ਹੁਣ ਟਰੈਵਲ ਓਪਨ ਦੇ ਹੋਣ ਦੇ ਕਾਰਨ ਵੀ ਜਿਹੜੇ ਕਾਫੀ ਜਿਹੜੇ ਯਾਤਰੀ ਜਿਹੜੇ ਹੈਗੇ ਆ ਉਹ ਫੇਕ ਡਾਕੂਮੈਂਟਸ ਲੈ ਕੇ ਉੱਥੇ ਯਾਤਰਾ ਕਰ ਰਹੇ ਆ। ਇਸ ਵਿਅਕਤੀ ਨੂੰ ਜਿਹੜਾ ਫੇਕ ਡਾਕੂਮੈਂਟਸ ਫੜਿਆ ਗਿਆ, ਇਹਨੂੰ $20,000 ਦਾ ਫਾਈਨ ਕੀਤਾ ਗਿਆ, ਜੁਰਮਾਨਾ ਕੀਤਾ ਗਿਆ $20,000 ਦਾ। ਇਹ $20,000 ਪੇ ਕਰੇਗਾ ਉੱਥੇ। ਅਤੇ ਸੋ ਇਹ ਮੇਰੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਇਸ ਚੀਜ਼ ਤੋਂ ਬਚੋ, ਠੀਕ ਹੈ। ਫੇਕ ਡਾਕੂਮੈਂਟਸ ਕੋਈ ਵੀ ਕੈਰੀ ਨਾ ਕਰਕੇ ਚੱਲੋ, ਕਿਉਂਕਿ ਇੰਡੀਆ ਤੋਂ ਇੱਕ ਫਲਾਈਟ ਗਈ ਸੀ ਇਟਲੀ, ਉੱਥੇ ਵੀ ਸੀਗਾ ਜਿਹੜੇ ਕੋਵਿਡ ਦੀਆਂ ਫੇਕ ਰਿਪੋਰਟਸ ਫਾਈਂਡ ਕੀਤੀਆਂ ਗਈਆਂ ਸੀ, ਉਹਨਾਂ ਨੂੰ ਮਿਲੀਆਂ ਸੀਗੀਆਂ ਫੇਕ ਰਿਪੋਰਟਸ। ਅਤੇ ਕਾਫੀ ਸਾਰੇ ਯਾਤਰੀ ਜਿਹੜੇ ਸੀਗੇ ਉਹ ਆਪਣੀ ਨੈਗੇਟਿਵ ਰਿਪੋਰਟ ਨਾਲ ਕੈਰੀ ਕਰਕੇ ਗਏ ਸੀਗੇ, ਬਟ ਇਟਲੀ ਵਿੱਚ ਉਹਨਾਂ ਦੇ ਟੈਸਟ ਕੀਤਾ ਗਿਆ ਤਾਂ ਉਹ ਪੋਜ਼ੀਟਿਵ ਪਾਏ ਗਏ। ਸੋ ਉਹ ਰਿਪੋਰਟ ਜੋ ਵੈਰੀਫਾਈ ਕੀਤੀਆਂ ਗਈਆਂ ਉਹਨਾਂ ਦੀਆਂ ਕੋਵਿਡ ਦੀਆਂ ਰਿਪੋਰਟਸ, ਠੀਕ ਹੈ, ਉਹ ਫੇਕ ਪਾਈਆਂ ਗਈਆਂ ਸੀਗੀਆਂ। ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਸੁਚੇਤ ਆਪਾਂ ਹੀ ਕਰਦੇ ਹੈਗੇ ਹਾਂ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਜਾਣੂ ਆਪਾਂ ਹੀ ਕਰਵਾਉਣੇ ਆ ਕਿ ਫੇਕ ਡਾਕੂਮੈਂਟਸ ਕਿੱਦਾਂ ਬਣਦੇ ਕਿੱਦਾਂ ਨਹੀਂ ਬਣਦੇ ਹੈਗੇ ਆ। ਸੋ ਮੇਰੀ ਇਹ ਰਿਕੁਐਸਟ ਆ, ਤੁਸੀਂ ਇਹ ਫੇਕ ਡਾਕੂਮੈਂਟਸ ਤੋਂ ਬਚੋ, ਆਪਣੇ ਓਰੀਜਨਲ ਡਾਕੂਮੈਂਟਸ ਨਾਲ ਲੈ ਕੇ ਚੱਲੋ। ਜੇ ਤੁਹਾਡੇ ਵੈਕਸੀਨ ਨਹੀਂ ਲੱਗੀ ਹੋਈ, ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਆਪਣਾ 10-15 ਦਿਨ ਵੇਟ ਕਰੋ, ਠੀਕ ਹੈ। ਫੇਕ ਡਾਕੂਮੈਂਟਸ ਨਾ ਕੈਰੀ ਕਰਕੇ ਚੱਲੋ, ਕਿਉਂਕਿ ਬਹੁਤ ਸਾਰੇ ਸਟੂਡੈਂਟ ਦਾ ਜਿਹੜਾ ਹੈਗਾ ਫਿਊਚਰ ਖਰਾਬ ਹੋ ਜਾਂਦਾ ਇਸ ਚੀਜ਼ ਨਾਲ। ਸੋ ਮੇਰੀ ਇਹ ਰਿਕੁਐਸਟ ਹੈ ਸਾਰਿਆਂ ਨੂੰ, ਆਪਣੇ ਓਰੀਜਨਲ ਵੈਕਸੀਨ ਲਗਵਾ ਕੇ ਚੱਲੋ। ਕੋਵਿਡ ਰਿਪੋਰਟਸ ਜਿਹੜੀ ਹੈਗੀਆਂ ਨੇ ਉਹ ਕਰਵਾ ਕੇ ਚੱਲੋ, ਕਿਉਂਕਿ ਪਹਿਲਾਂ ਹੀ ਕੈਨੇਡਾ ਨੇ ਇੰਡੀਆ ਦੀ ਜਿਹੜੀ ਹੈਗੀ ਕੋਵਿਡ ਦੀ ਰਿਪੋਰਟ ਨੂੰ ਮੰਨਣਾ ਸਾਫ਼ ਇਨਕਾਰ ਕਰ ਦਿੱਤਾ, ਠੀਕ ਹੈ। ਉਹ ਆਪਣੀ ਕੋਵਿਡ ਦੀ ਰਿਪੋਰਟ ਜਿਹੜੀ ਹੈਗੀ ਹੈ ਨੈਗੇਟਿਵ ਰਿਪੋਰਟ ਹੋਵੇ ਚਾਹੇ ਜਿਹੜੀ ਹੈਗੀ ਆ ਉਹਨੂੰ ਮੰਨਣਾ ਇਨਕਾਰ ਕਰ ਦਿੱਤਾ। ਉਹਨੇ ਥਰਡ ਕੰਟਰੀ ਤੋਂ ਆਪਣੀ ਨੈਗੇਟਿਵ ਰਿਪੋਰਟ ਕਰਨ ਬਾਰੇ ਸਟੂਡੈਂਟਸ ਨੂੰ ਕਿਹਾ ਹੈ। ਹੁਣ ਸਟੂਡੈਂਟਸ ਨੂੰ ਆਪਣੇ ਥਰਡ ਕੰਟਰੀ ਜਾ ਕੇ ਆਪਣੀ ਰਿਪੋਰਟ ਕਰਾਉਣੀ ਪਵੇਗੀ, ਨੈਗੇਟਿਵ ਰਿਪੋਰਟ ਕਰਾਉਣੀ ਪਵੇਗੀ। ਜੇ ਰਿਪੋਰਟ ਉਹਦੀ ਨੈਗੇਟਿਵ ਆਵੇਗੀ ਤਾਂ ਹੀ ਉਹ ਟਰੈਵਲ ਅੱਗੇ ਕਰ ਸਕਣਗੇ, ਨਹੀਂ ਤਾਂ ਉਹਨੂੰ ਉੱਥੇ ਥੋੜ੍ਹੀ ਜ਼ਿਆਦਾ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ। ਸੋ ਇਹੀ ਜਿਹੜਾ ਹੈਗਾ ਜੋ ਯਾਤਰੀ ਕੈਨੇਡਾ ਜਾਣਾ ਚਾਹੁੰਦੇ ਆ, ਵੈਕਸੀਨ ਇੱਕ ਤਾਂ ਫਸਟ ਆਪਸ਼ਨ ਵੈਕਸੀਨ ਦੀ ਹੈਗੀ ਹੈ, ਵੈਕਸੀਨ ਜ਼ਰੂਰ ਲਗਾਓ। ਸੈਕਿੰਡ ਡੋਜ਼ ਲੱਗੀ ਹੋਵੇ ਜ਼ਰੂਰੀ ਆ। ਕੋਵਾਸ਼ੀਲਡ ਜਿਹੜੀ ਹੈਗੀ ਹੈ ਵੈਕਸੀਨ ਲਗਾਓ। ਕੋਵਾਸ਼ੀਲਡ ਨੂੰ ਮਾਨਤਾ ਦਿੱਤੀ ਗਈ ਹੈ ਕੈਨੇਡਾ ਵੱਲੋਂ, ਉਹੀ ਵੈਕਸੀਨ ਲੈ ਕੇ ਚੱਲੋ। ਅਤੇ ਜਿਹੜਾ ਸਰਟੀਫਿਕੇਟ ਹੈ ਜ਼ਰੂਰ ਨਾਲ ਕੈਰੀ ਕਰੋ, ਸਰਟੀਫਿਕੇਟ ਤੋਂ ਬਿਨਾਂ ਤੁਹਾਨੂੰ ਟਰੈਵਲ ਨਹੀਂ ਕਰਨ ਦਿੱਤਾ ਜਾਊਗਾ, ਠੀਕ ਹੈ। ਫੇਕ ਡਾਕੂਮੈਂਟਸ ਦੇ ਵਿੱਚ ਲੈ ਕੇ ਵੀ ਆਪਾਂ ਨਾ ਜਾਓ। ਮੈਨੂੰ ਪਿਛਲੇ ਥੋੜ੍ਹੇ ਦਿਨਾਂ ਵਿੱਚ ਪਹਿਲਾਂ ਵੀ ਇੱਕ ਸਟੂਡੈਂਟ ਦੀ ਮੈਨੂੰ ਕਾਲ ਆਈ ਸੀ, ਕਹਿੰਦੇ ਸਰਟੀਫਿਕੇਟ ਜਿਹੜਾ ਹੈਗਾ ਅਸੀਂ ਫੇਕ ਡਾਕੂਮੈਂਟ ਸਾਨੂੰ ਮਿਲ ਰਹੇ ਆ, ਵੈਕਸੀਨ ਲਗਵਾਏ ਬਿਨਾਂ ਹੀ ਸਰਟੀਫਿਕੇਟ ਮਿਲ ਰਹੇ ਆ। ਮੈਂ ਵੀ ਉਹਨੂੰ ਸਾਫ਼ ਇਨਕਾਰ ਕੀਤਾ ਸੀਗਾ, ਤੁਸੀਂ ਆਪਣੀ ਵੈਕਸੀਨ ਜ਼ਰੂਰ ਲਗਾਓ, ਫੇਕ ਡਾਕੂਮੈਂਟਸ ਨਾ ਲੈ ਕੇ ਚੱਲੋ। ਫੀਸਾਂ ਭਰੀਆਂ ਜਿਹੜੀਆਂ ਤੁਹਾਡੀਆਂ ਖਰਾਬ ਜਾਣਗੀਆਂ, ਕਿਉਂਕਿ ਜੇ ਤੁਹਾਡੇ ਕੋਲ ਫੇਕ ਡਾਕੂਮੈਂਟਸ ਫੜੇ ਜਾਂਦੇ ਕੋਈ ਵੀ ਕਾਰਵਾਈ ਕਰ ਸਕਦੇ, ਤੁਹਾਡੇ ਉੱਤੇ ਫਾਈਨ ਵੀ ਪਾ ਸਕਦੇ ਆ, ਤੁਹਾਨੂੰ ਸਜ਼ਾ ਵੀ ਹੋ ਸਕਦੀ ਆ, ਠੀਕ ਹੈ। ਤੁਹਾਨੂੰ ਇੰਡੀਆ ਵਾਪਸ ਵੀ ਹੋਣਾ ਪੈ ਸਕਦਾ। ਸੋ ਇਹ ਚੀਜ਼ਾਂ ਤੋਂ ਗਰੇਜ਼ ਕਰੋ, ਫੇਕ ਡਾਕੂਮੈਂਟਸ ਕੋਈ ਵੀ ਨਾਲ ਲੈ ਕੇ ਚੱਲੋ, ਕਿਉਂਕਿ ਜਿਹੜੀ ਵੈਕਸੀਨ ਲਗਵਾਉਣੀ ਆ ਅੱਜ ਦੇ ਟਾਈਮ 'ਚ ਜ਼ਰੂਰੀ ਹੈਗੀ ਆ, ਹਰੇਕ ਨੂੰ ਵੈਕਸੀਨ ਲਗਵਾਉਣੀ, ਠੀਕ ਹੈ। ਉਹਦੇ ਵਿੱਚ ਆਪਣਾ ਹੀ ਭਲਾ ਹੈਗਾ, ਆਪਣਾ ਹੀ ਬੈਨੀਫਿਟ ਆ ਵੈਕਸੀਨ ਲਗਵਾਉਣ ਦਾ, ਠੀਕ ਹੈ। ਦੋਨੇ ਡੋਜ਼ ਜਿਹੜੇ ਹੈਗੇ ਆਪਣੇ ਲਗਵਾ ਕੇ ਚੱਲੋ, ਠੀਕ ਹੈ। ਫੇਕ ਡਾਕੂਮੈਂਟਸ ਕੋਈ ਵੀ ਨਾਲ ਕੈਰੀ ਨਾ ਕਰਕੇ ਚੱਲੋ। ਜੇ ਕੋਵਿਡ ਰਿਪੋਰਟ ਵੀ ਨਾਲ ਲੈ ਕੇ ਜਾਣੀ ਆ ਤਾਂ ਤੁਸੀਂ ਨੈਗੇਟਿਵ ਜਿਹੜੀ ਹੈਗੀ ਆ ਉਹ ਇੰਡੀਆ ਦੀ ਤਾਂ ਹੀ ਬੰਦ ਕੀਤੀ ਉਹਨਾਂ ਨੇ, ਕਿਉਂਕਿ ਫੇਕ ਡਾਕੂਮੈਂਟਸ ਦੇ ਨਾਲ ਸਟੂਡੈਂਟ ਟਰੈਵਲ ਕਰ ਰਹੇ ਸੀਗੇ, ਕਿਉਂਕਿ ਇੱਥੋਂ ਨੈਗੇਟਿਵ ਰਿਪੋਰਟ ਲਾਈ ਜਾਂਦੇ ਆ, ਉੱਥੇ ਜਾ ਕੇ ਅੱਗੇ ਜੋ ਰਿਪੋਰਟ ਪੋਜ਼ੀਟਿਵ ਹੋ ਜਾਂਦੀ ਤਾਂ ਉਹਨਾਂ ਨੂੰ ਵੈਰੀਫਾਈ ਕਰਨੇ ਪੈਂਦੇ ਸਰਟੀਫਿਕੇਟ। ਤਾਂ ਕਿਉਂਕਿ ਇਟਲੀ ਵਾਲੀ ਫਲਾਈਟ ਦੇ ਵਿੱਚ ਕਾਫੀ ਸਾਰੇ ਯਾਤਰੀ ਸੀਗੇ ਕੋਵਿਡ ਪੋਜ਼ੀਟਿਵ ਸੀਗੇ, ਉਸ ਕਰਕੇ ਜਿਹੜੇ ਉਹਨਾਂ ਦੀ ਰਿਪੋਰਟ ਸੀਗੀਆਂ ਵੈਰੀਫਾਈ ਕੀਤੀਆਂ ਗਈਆਂ ਸੀਗੀਆਂ ਉਹ ਫੇਕ ਪਾਈਆਂ ਗਈਆਂ ਸੀ। ਸੋ ਹੁਣ ਕੈਨੇਡਾ ਨੇ ਜਿਹੜੇ ਹੈਗੇ ਇੰਡੀਆ ਦੀ ਕੋਵਿਡ ਦਾ ਟੈਸਟ ਦੀ ਰਿਪੋਰਟ ਲੈਣੀ ਬੰਦ ਕਰ ਦਿੱਤੀ ਹੈ, ਮੰਨਣੀ ਸਾਫ਼ ਇਨਕਾਰ ਕੀਤਾ ਗਿਆ ਉਹਨਾਂ ਵੱਲੋਂ। ਹੁਣ ਕਿਸੇ ਵੀ ਥਰਡ ਕੰਟਰੀ ਤੋਂ ਆਪਾਂ ਨੂੰ ਰਿਪੋਰਟ ਕਰਾਉਣੀ ਪਵੇਗੀ ਨੈਗੇਟਿਵ ਰਿਪੋਰਟ, ਉਸ ਰਿਪੋਰਟ ਦੇ ਨਾਲ ਆਪਾਂ ਅੱਗੇ ਟਰੈਵਲ ਕਰ ਸਕਾਂਗੇ।
ਠੀਕ ਹੈ ਜੀ। ਇਸ ਥੋੜ੍ਹੀ ਥੋੜ੍ਹੀ ਗਲਤੀ ਦੇ ਨਾਲ ਹੈਗਾ ਬੱਚੇ ਸਾਰਿਆਂ ਦਾ ਭਵਿੱਖ ਖਰਾਬ ਹੋ ਸਕਦਾ। ਠੀਕ ਹੈ, ਤੁਸੀਂ ਵੀ ਇਹ ਚੀਜ਼ ਤੋਂ ਗੁਰੇਜ਼ ਕਰੋ। ਜਿਨ੍ਹਾਂ ਸਟੂਡੈਂਟ ਵੈਕਸੀਨ ਹਜੇ ਤੱਕ ਨਹੀਂ ਲਗਵਾਈ ਉਹ ਜ਼ਰੂਰ ਆਪਣੀ ਵੈਕਸੀਨ ਲਗਵਾਉਣ, ਸੈਕਿੰਡ ਡੋਜ਼ ਲੈ ਕੇ ਆਪਣੀ ਟਰੈਵਲ ਕਰਨ ਬਾਰੇ ਸੋਚਣ। ਜੇਕਰ ਤੁਸੀਂ ਆਪਣੀ ਟਿਕਟ ਬੁੱਕ ਕਰਵਾਈ ਹੋਈ ਆ, ਤੁਹਾਡੀ ਵੈਕਸੀਨ ਨਹੀਂ ਲਗਵਾਈ ਹੋਈ, ਤਾਂ ਇਹ ਤੁਹਾਡੇ ਵਾਸਤੇ ਹੈਗਾ ਥੋੜ੍ਹਾ ਖਤਰਾ ਬਣ ਸਕਦਾ। ਤੁਹਾਡੇ ਟਰੈਵਲ ਦੇ ਲਈ ਵੈਕਸੀਨ ਲਗਵਾਓ, ਵੈਕਸੀਨ ਲਗਵਾਉਣ ਤੋਂ ਬਾਅਦ ਹੀ ਆਪਣਾ ਟਰੈਵਲ ਟਿਕਟ ਵਗੈਰਾ ਬੁੱਕ ਕਰਵਾਓ। ਸੈਕਿੰਡ ਡੋਜ਼ ਲੈਣੀ ਜ਼ਰੂਰੀ ਆ। ਫਸਟ ਡੋਜ਼ 'ਤੇ ਤੁਸੀਂ ਟਰੈਵਲ ਨਹੀਂ ਕਰ ਸਕੋਗੇ। ਜਿਨ੍ਹਾਂ ਨੇ ਸੈਕਿੰਡ ਡੋਜ਼ ਲਈ ਹੋਈ ਆ ਉਹੀ ਟਰੈਵਲ ਕਰ ਸਕਣਗੇ। ਕੈਨੇਡਾ ਵੱਲੋਂ ਇਹ ਪੋਲਿਸੀ ਤਿਆਰ ਕੀਤੀ ਗਈ ਹੈ ਕਿ ਜਿਹੜੀ ਕੋਵਿਡ ਰਿਪੋਰਟ ਇੰਡੀਆ ਦੀ ਨਹੀਂ ਮੰਨੀ ਜਾਣੀ, ਅਤੇ ਵੈਕਸੀਨ ਲੱਗੀ ਹੋਈ ਜਿਹੜੇ ਸਟੂਡੈਂਟਸ 'ਤੇ ਜਾਂ ਕੋਈ ਵੀ ਯਾਤਰੀ ਹੈਗਾ ਵੈਕਸੀਨ ਲਗਾਉਣ ਤੋਂ ਬਿਨਾਂ ਉਹ ਟਰੈਵਲ ਨਹੀਂ ਕਰ ਸਕੂਗਾ। ਠੀਕ ਹੈ, ਇਹ ਜਿਹੜੀਆਂ ਖਾਸ ਗੱਲਾਂ ਧਿਆਨ ਵਿੱਚ ਰੱਖਣੀਆਂ ਹੈ। ਜੇ ਤੁਸੀਂ ਆਪਣਾ ਡਾਇਰੈਕਟ ਫਲਾਈਟ ਲੈਣ ਬਾਰੇ ਸੋਚ ਰਹੇ ਹੋ, ਡਾਇਰੈਕਟ ਫਲਾਈਟਸ ਹਜੇ ਤੱਕ ਬੰਦ ਨੇ। ਡਾਇਰੈਕਟ ਫਲਾਈਟ 'ਤੇ ਆਪਾਂ ਹੁਣ ਕੈਨੇਡਾ ਨਹੀਂ ਜਾ ਸਕਾਂਗੇ ਹਜੇ ਤੱਕ, ਕਿਉਂਕਿ ਅੱਗੇ ਫਰਦਰ ਨੋਟਿਸ ਵਗੈਰਾ ਕੋਈ ਆਊਗਾ ਡਾਇਰੈਕਟ ਫਲਾਈਟਸ ਦਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ। ਹੁਣ ਜਿਹੜਾ ਹੈ ਤੁਸੀਂ ਇੰਡਾਇਰੈਕਟ ਰੂਟ ਰਾਹੀਂ ਜਾ ਸਕਦੇ ਹੋ, ਬਟ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਆਪਣੀ ਵੈਕਸੀਨ ਦਾ ਸਰਟੀਫਿਕੇਟ ਪਾਸਪੋਰਟ ਨਾਲ ਅਟੈਚ ਜ਼ਰੂਰ ਹੋਇਆ ਹੋਵੇ ਤੁਹਾਡਾ। ਠੀਕ ਹੈ, ਜਿਹੜੀ ਕੋਵਿਡ ਦੀ ਰਿਪੋਰਟ ਹੈਗੀ ਆ ਉਹ ਇੰਡੀਆ ਤੋਂ ਵੀ ਕਰਾ ਕੇ ਚੱਲੋ। ਨੈਗੇਟਿਵ ਰਿਪੋਰਟ ਵੀ ਹੈਗੀ ਤੁਹਾਡੀ ਤਾਂ ਤੁਸੀਂ ਥਰਡ ਕੰਟਰੀ ਤੁਹਾਨੂੰ ਕਰਾਉਣੀ ਪਊਗੀ ਰਿਪੋਰਟ। ਜੇ ਤੁਸੀਂ ਕੈਨੇਡਾ ਉੱਥੇ ਪਹੁੰਚਣਾ ਹੈਗਾ, ਥਰਡ ਕੰਟਰੀ ਦੀ ਨੈਗੇਟਿਵ ਰਿਪੋਰਟ ਤੁਹਾਨੂੰ ਨਾਲ ਕੈਰੀ ਕਰਨੀ ਪਊਗੀ। ਠੀਕ ਹੈ, ਇੱਕ ਵਾਰ ਇੰਡੀਆ ਤੋਂ ਕਰਵਾ ਕੇ ਆਪਣਾ ਜਿਹੜਾ ਹੈਗਾ ਆਪਾਂ ਸ਼ੱਕ ਕੱਢ ਸਕਦੇ ਹਾਂ ਸਾਨੂੰ ਕੋਈ ਕੋਵਿਡ ਦੇ ਲੱਛਣ ਵਗੈਰਾ ਨਹੀਂ ਹੈਗੇ ਆ, ਉਹਦੇ ਤੋਂ ਇੰਡੀਆ ਵਾਲੀ ਕੋਵਿਡ ਰਿਪੋਰਟ ਨੂੰ ਵੀ ਨਾਲ ਲੈ ਕੇ ਚੱਲੋ। ਅਤੇ ਆਪਾਂ ਕਿਸੇ ਕੰਟਰੀ ਇੰਡਾਇਰੈਕਟ ਰੂਟ ਰਾਹੀਂ ਜਾ ਰਹੇ ਹਾਂ, ਕਿਸੇ ਥਰਡ ਕੰਟਰੀ 'ਚ ਆਪਾਂ ਸਟੇ ਕਰ ਰਹੇ ਹਾਂ, ਤਾਂ ਤੁਸੀਂ ਉੱਥੇ ਆਪਣੀ ਕੋਵਿਡ ਦੇ ਟੈਸਟ ਕਰਵਾ ਕੇ ਚੱਲੋ। ਜੇ ਤੁਹਾਡੀ ਉੱਥੇ ਰਿਪੋਰਟ ਨੈਗੇਟਿਵ ਆਉਂਦੀ ਆ ਤਾਂ ਉਹ ਨੈਗੇਟਿਵ ਰਿਪੋਰਟ ਤੁਹਾਡੀ ਅੱਗੇ ਕੈਰੀ ਹੋਊਗੀ, ਉਸ ਰਿਪੋਰਟ ਤੁਸੀਂ ਅੱਗੇ ਜਾ ਸਕਦੇ ਆ। ਠੀਕ ਹੈ, ਇਹ ਚੀਜ਼ ਦਾ ਖਾਸ ਧਿਆਨ ਸਟੂਡੈਂਟਸ ਨੂੰ ਰੱਖਣਾ। ਟਰੈਵਲ ਤਾਂ ਹਰੇਕ ਕਰ ਸਕਦਾ, ਪਰ ਟਰੈਵਲ ਬਾਰੇ ਕੀ ਉਹਨਾਂ ਦੇ ਇੰਸਟਰਕਸ਼ਨਸ ਨੇ ਉਹ ਸਾਰੀਆਂ ਬੱਚੇ ਨੇ ਆਪ ਖੁਦ ਧਿਆਨ 'ਚ ਰੱਖਣੀਆਂ ਹੁੰਦੀਆਂ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੁਛ ਦਿਨ ਪਹਿਲਾਂ ਪ੍ਰੋਬਲਮ ਆਈ ਸੀ ਬੱਚਿਆਂ ਨੂੰ ਕਿ ਕੁਆਰੰਟਾਈਨ ਬਾਰੇ ਬੱਚੇ ਟਰੈਵਲ ਕਰ ਰਹੇ ਸੀ, ਪਰ ਹੁਣ ਕੁਆਰੰਟਾਈਨ ਦਾ ਅੱਗੇ ਜਾ ਕੇ ਕੰਟਰੀ ਨੇ ਚੇਂਜ ਕਰ ਦਿੱਤਾ ਸੀ ਪਲਾਨ। ਠੀਕ, ਉੱਥੇ ਜਾ ਕੇ ਸਟੂਡੈਂਟ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੈਂਦੀ ਆ। ਸੋ ਇਹ ਚੀਜ਼ਾਂ ਦਾ ਖਾਸ ਧਿਆਨ ਰੱਖੋ। ਜੇ ਤੁਸੀਂ ਇੰਟਰੈਕਟ ਰੂਟ ਦੀ ਟਿਕਟ ਬੁੱਕ ਕਰਵਾਈ ਹੋਈ ਆ ਤਾਂ ਉਹ ਉਹਨਾਂ ਦੇ ਟਰੈਵਲ ਇੰਸਟਰਕਸ਼ਨਸ ਕੀ ਨੇ, ਕੁਆਰੰਟਾਈਨ ਪਲਾਨ ਕੀ ਹੈ, ਕਿਹੜੀ ਟੈਸਟ ਰਿਪੋਰਟ ਉਹਨਾਂ ਨੇ ਇੱਥੇ ਚੈੱਕ ਕਰਨੀ ਹੈ, ਕੀ ਮੰਗਦੇ ਆ, ਉਹ ਸਾਰਾ ਕੁਛ ਚੈੱਕ ਕਰਕੇ ਚੱਲੋ। ਜਿਹੜੇ ਕੋਵਿਡ PCR ਦੀ ਜਿਹੜੇ ਟੈਸਟ ਦੀ ਰਿਪੋਰਟ ਉੱਥੇ ਤੁਸੀਂ ਕਰਵਾਉਣੀ ਆ ਥਰਡ ਕੰਟਰੀ 'ਚ, ਉਹ ਤੁਹਾਨੂੰ ਪਹਿਲਾਂ ਹੀ ਬੁੱਕ ਕਰਵਾਉਣ ਦੀ ਜ਼ਰੂਰਤ ਹੈਗੀ ਆ। ਉਹ ਤੁਸੀਂ ਆਪਣੇ ਟਰੈਵਲ ਜਦੋਂ ਤੁਸੀਂ ਪਹੁੰਚਣਾ ਉਹ ਕੁਛ ਘੰਟੇ ਬਾਅਦ ਤੁਸੀਂ ਆਪਣੇ ਟੈਸਟ ਦੇ ਸਲੋਟ ਬੁੱਕ ਕਰਵਾਓ। ਠੀਕ ਹੈ, ਉਹ ਸਲੋਟ ਜੇ ਤੁਸੀਂ ਪਹਿਲਾਂ ਬੁੱਕ ਕਰਵਾ ਕੇ ਚੱਲੋਗੇ ਤੁਹਾਡਾ ਟਾਈਮ ਬਚ ਸਕਦਾ। ਜੇ ਤੁਸੀਂ ਆਪਣਾ ਸਲੋਟ ਪਹਿਲਾਂ ਨਹੀਂ ਬੁੱਕ ਕਰਕੇ ਚੱਲਦੇ ਟੈਸਟ ਦਾ ਰਿਪੋਰਟ ਦਾ, ਤਾਂ ਤੁਹਾਨੂੰ ਉੱਥੇ ਪ੍ਰੋਬਲਮ ਦਾ ਥੋੜ੍ਹਾ ਸਾਹਮਣਾ ਕਰਨਾ ਪੈ ਸਕਦਾ। ਕਿਉਂਕਿ ਜੋ ਪ੍ਰੋਬਲਮ ਸੀ ਇਹਦੇ ਵਿੱਚ ਇਹੀ ਹੁੰਦੀ ਉੱਥੇ ਰਸ਼ ਜ਼ਿਆਦਾ ਹੋਵੇ ਤਾਂ ਤੁਹਾਨੂੰ ਫਲਾਈਟ ਦਾ ਟਾਈਮ ਨੇੜੇ ਹੋ ਸਕਦਾ, ਤਾਂ ਉਹ ਚੀਜ਼ ਤੁਹਾਨੂੰ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਆ। ਤੁਸੀਂ ਆਪਣੀ ਜਿਹੜੀ ਹੈਗੀ PCR ਰਿਪੋਰਟ ਦੀ ਜਿਹੜੀ ਹੈਗੀ ਆ RT-PCR ਦੀ ਰਿਪੋਰਟ ਦੀ ਟੈਸਟ ਦੀ ਉੱਥੇ ਪਹਿਲਾਂ ਹੀ ਬੁੱਕ ਕਰਵਾ ਕੇ ਚੱਲੋ, ਕਿਉਂਕਿ ਤੁਸੀਂ ਜਾਣ ਸਾਰ ਆਪਣੇ ਲੈਬ 'ਚ ਜਾ ਕੇ ਟੈਸਟ ਕਰਵਾ ਸਕਦੇ ਹੋ। ਉਹਦੀ ਫੀਸ ਵੀ ਪਹਿਲਾਂ ਭਰ ਕੇ ਚੱਲੋ। ਠੀਕ ਹੈ, ਉੱਥੇ ਹੋ ਸਕਦਾ ਫੀਸ ਨਾ ਭਰੀ ਜਾਵੇ, ਰਸ਼ ਜ਼ਿਆਦਾ ਹੋਣ ਕਰਕੇ ਤੁਹਾਨੂੰ ਉੱਥੇ ਸਲੋਟ ਨਾ ਮਿਲੇ ਕਿ ਟੈਸਟ ਕਰਵਾਉਣ ਦਾ। ਠੀਕ ਹੈ, ਉਹਦੇ ਨਾਲੋਂ ਚੰਗਾ ਤੁਸੀਂ ਜਿਹੜੇ ਕੰਟਰੀ ਉੱਥੇ ਟਰੈਵਲ ਤੁਹਾਡਾ ਸਟੇ ਹੈਗਾ ਉੱਥੇ ਜਾ ਕੇ ਥਰਡ ਕੰਟਰੀ 'ਚ ਉਹਦੀ ਜਿਹੜੀ RT-PCR ਦੀ ਰਿਪੋਰਟ ਹੈਗੀ ਆ, ਤੁਸੀਂ ਟੈਸਟ ਕਰਵਾਉਣਾ ਹੈਗਾ, ਉਹ ਬੁਕਿੰਗ ਉਹਦੀ ਪਹਿਲਾਂ ਹੀ ਕਰਵਾ ਕੇ ਚੱਲੋ, ਐਡਵਾਂਸ ਬੁਕਿੰਗ ਕਰਵਾ ਕੇ ਚੱਲੋ, ਤਾਂ ਤੁਹਾਨੂੰ ਕਿਸੇ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਸੋ ਮੇਰੀ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈਗੀ ਆ ਕਿ ਵੈਕਸੀਨ ਲਗਵਾ ਕੇ ਸਰਟੀਫਿਕੇਟ ਕੈਰੀ ਕਰੋ, ਫੇਕ ਡਾਕੂਮੈਂਟਸ ਤੋਂ ਬਚੋ। ਧੰਨਵਾਦ ਜੀ।